ਨਮਸਕਾਰ ਜੀ। ਮੈਂ ਮਨੀਸ਼ ਸਟੱਡੀ ਵਰਲਡ ਇਮੀਗ੍ਰੇਸ਼ਨ ਤੋਂ ਕਾफ़ੀ ਦੇਰ ਬਾਅਦ ਮੈਨੂੰ ਟਾਈਮ ਮਿਲਿਆ ਵੀਡੀਓ ਬਣਾਉਣ ਦਾ, ਕਿਉਂਕਿ ਕੁਝ ਬਿਮਾਰ ਸੀਗਾ, ਕੁਝ ਫੈਮਿਲੀ ਇਸ਼ੂਜ਼ ਦੇ ਨਾਲ ਥੋੜ੍ਹਾ ਬਿਜ਼ੀ ਸੀਗਾ ਮੈਂ। ਅਤੇ ਲਾਈਕ ਲੇਟੈਸਟ ਅਪਡੇਟਸ ਆਪਾਂ ਜਨਰਲ ਗੱਲ ਕਰਾਂਗੇ ਵੀ ਸਕਸੈਸ ਰੇਟ ਇਸ ਟਾਈਮ ਆਸਟ੍ਰੇਲੀਆ ਦਾ ਕੀ ਚੱਲ ਰਿਹਾ ਹੈ, ਕਿਹਨਾਂ ਨੂੰ ਵੀਜ਼ਾ ਦਿੱਤਾ ਜਾ ਰਿਹਾ, ਕਿਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ, ਅਤੇ ਵੀ ਅੱਗੇ ਵਾਸਤੇ ਕਿਸ ਤਰੀਕੇ ਨਾਲ ਵੀਜ਼ਾ ਸਹੀ ਤਰੀਕੇ ਨਾਲ ਅਪਲਾਈ ਕੀਤਾ ਜਾ ਸਕਦਾ ਹੈ। ਜਨਰਲ ਵੀਡੀਓ ਹੈਗਾ। ਅਤੇ ਸਟਾਰਟ ਕਰਦੇ ਹਾਂ ਜੀ। ਜਿਹੜੇ ਬੱਚਿਆਂ ਨੇ +2 ਕੀਤੀ ਹੈ ਅਤੇ ਉਹਨਾਂ ਦਾ ਵੀਜ਼ਾ ਸਕਸੈਸ ਰੇਟ ਕਿਵੇਂ ਆ ਰਿਹਾ, ਅਤੇ ਕਿਸ ਤਰੀਕੇ ਨਾਲ ਵੀ ਕਾਲਜ 'ਚ ਵੀਜ਼ਾ ਦੇ ਰਹੇ ਹੈ ਜਾਂ ਯੂਨੀਵਰਸਿਟੀ 'ਚ। ਦੇਖੋ, ਯੂਨੀਵਰਸਿਟੀ ਦਾ ਵੀਜ਼ਾ ਸਕਸੈਸ ਰੇਟ ਹਮੇਸ਼ਾ ਹੀ ਹਾਈ ਹੁੰਦਾ ਅਤੇ ਇਸ ਟਾਈਮ ਵੀ ਹਾਈ ਹੈਗਾ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਹਾਂ, ਲੈਵਲ 1 ਦੀ ਯੂਨੀਵਰਸਿਟੀ 'ਚ ਅਗਰ ਬੱਚਾ ਅਪਲਾਈ ਕਰਦਾ ਹੈ ਉਸ ਤੋਂ ਬਹੁਤ ਵਧੀਆ ਸਕਸੈਸ ਰੇਟ ਆਉਂਦਾ ਹੈ। ਲੈਵਲ 2 ਦੇ ਵਿੱਚ ਵੀ ਅਗਰ ਬੱਚੇ ਕੋਲ ਫਾਈਨੈਂਸ਼ੀਅਲ ਜਿਹੜੇ ਹੈਗੇ ਨੇ 3 ਮਹੀਨੇ ਪੁਰਾਣੇ ਹੈਗੇ ਨੇ, ਜਾਂ ਕੋਈ ਐਜੂਕੇਸ਼ਨ ਲੋਨ ਜਾਂ ਪਰਸਨਲ ਲੋਨ ਵਗੈਰਾ ਦਿਖਾ ਰਿਹਾ ਬੱਚਾ, ਤਾਂ ਵੀ ਜਿਹੜਾ ਸਕਸੈਸ ਰੇਟ ਹੈ ਵਧੀਆ ਆ ਰਿਹਾ। ਫਿਰ ਆ ਗਈ ਗੱਲ ਕਾਲਜਿਸ ਦੀ। ਕਾਲਜਿਸ ਦੇ ਵਿੱਚ ਅਗਰ ਤੁਸੀਂ ਕਾਮਰਸ ਸਟੂਡੈਂਟ ਹੋ ਜਾਂ ਨਾਨ ਮੈਡੀਕਲ ਸਟੂਡੈਂਟ ਹੈਗੇ ਹੋ, ਪਰਸੈਂਟੇਜ ਤੁਹਾਡੀ 60% ਹੈਗੀ ਹੈ 4 ਅਕੈਡਮਿਕ ਸਬਜੈਕਟਸ ਦੇ ਵਿੱਚ, ਅਤੇ ਤੁਹਾਡੇ 6 ਬੈਂਡ ਓਵਰਆਲ ਹੈ, 5.5 ਤੋਂ ਘੱਟ ਨਹੀਂ ਹੈਗੇ, ਤਾਂ ਤੁਸੀਂ ਅਪਲਾਈ ਕਰੋ, ਆਰਾਮ ਨਾਲ ਵੀਜ਼ਾ ਆ ਰਿਹਾ ਇਸ ਟਾਈਮ। ਬਟ ਇਹ ਵੀ ਫੈਕਟਰ ਹੈਗਾ ਵੀ ਕੁਝ ਕਾਲਜਿਸ ਦੇ ਵੀਜ਼ੇ ਬਿਲਕੁਲ ਨਹੀਂ ਆ ਰਹੇ ਹੈਗੇ, ਅਤੇ ਕੁਝ ਦੇ ਐਵਰੇਜ ਆ ਰਹੇ, ਕੁਝ ਦੇ ਬਹੁਤ ਵਧੀਆ ਆ ਰਹੇ ਨੇ। ਹੁਣ ਇਹ ਆਈਡੈਂਟੀਫਿਕੇਸ਼ਨ ਜਿਹੜੀ ਹੈਗੀ ਹੈ ਇਹ ਉਹੀ ਕਰ ਪਾਏਗਾ ਜਾਂ ਉਹੀ ਦੱਸ ਪਾਏਗਾ ਜਿਹੜੇ ਲਾਈਕ ਕੰਸਲਟੈਂਟ ਵੋਲੀਅਮ 'ਤੇ ਕੰਮ ਕਰਦੇ ਨੇ, ਵੀ ਕਿਹੜੇ ਕਾਲਜ ਦਾ ਵੀਜ਼ਾ ਆ ਰਿਹਾ ਹੈ, ਕਿਹਦਾ ਨਹੀਂ ਆ ਰਿਹਾ। ਅਤੇ ਸਾਡੇ ਆਫਿਸ ਤੁਸੀਂ ਕੰਟੈਕਟ ਕਰੋ, ਤੁਹਾਨੂੰ ਦੱਸਾਂਗੇ ਵੀ ਕਿਹੜੇ ਸ਼ਹਿਰਾਂ ਦੇ ਵਿੱਚ ਅਤੇ ਕਿਹੜੇ ਕਾਲਜ ਜਿਹੜੇ ਹੈਗੇ ਨੇ ਸਕਸੈਸ ਰੇਟ ਵਧੀਆ ਵੀਜ਼ਾ 'ਤੇ ਦੇ ਰਹੇ ਨੇ। ਹੁਣ ਆਪਾਂ ਨੂੰ ਕਾਲਜ 'ਚ ਕਿਉਂ ਅਪਲਾਈ ਕਰਨਾ ਪੈਂਦਾ, ਆਪਾਂ ਯੂਨੀਵਰਸਿਟੀ ਕਿਉਂ ਨਾ ਅਪਲਾਈ ਕਰੀਏ। ਮੇਨ ਗੱਲ ਇਹ ਆ ਜਾਂਦੀ ਹੈ ਵੀ ਯੂਨੀਵਰਸਿਟੀਜ਼ ਦਾ ਐਂਟਰੀ ਕ੍ਰਾਈਟੇਰੀਆ ਹਮੇਸ਼ਾ ਜ਼ਿਆਦਾ ਹੁੰਦਾ ਹੈ। ਆਪਾਂ ਐਗਜ਼ਾਮਪਲ ਦਈਏ ਵੀ ਜ਼ਿਆਦਾਤਰ ਯੂਨੀਵਰਸਿਟੀ 6 ਈਚ 'ਤੇ ਐਡਮਿਸ਼ਨ ਦਿੰਦੀ ਹੈ +2 ਵਾਲੇ ਬੱਚਿਆਂ ਨੂੰ। ਅਤੇ ਲਾਈਕ ਅਗਰ ਪੀਟੀ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਯੂਨੀਵਰਸਿਟੀ ਦੀ 50 ਈਚ ਦੀ ਰਿਕੁਆਇਰਮੈਂਟ ਹੈ। ਕੋਈ ਹੀ ਹੈ ਜਿਹੜੀ 50 ਓਵਰਆਲ, ਅਤੇ ਇੱਕ ਜਾਂ ਦੋ 'ਚ 42 ਜਾਂ 41 ਵੀ ਅਸੈਪਟ ਕਰਦੇ, ਜਾਂ 40 ਯਾਨੀ ਕਿ 50 ਤੋਂ ਘੱਟ ਅਸੈਪਟ ਕਰਦੇ। ਜ਼ਿਆਦਾਤਰ ਯੂਨੀਵਰਸਿਟੀਜ਼ 50 ਈਚ ਮੰਗਦੀਆਂ ਪੀਟੀ ਵਾਸਤੇ। ਅਤੇ ਸਭ ਤੋਂ ਵੱਡੀ ਪ੍ਰੋਬਲਮ, ਉਸ ਤੋਂ ਵੀ ਵੱਡੀ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਉਹ ਆਉਂਦੀ ਹੈ ਵੀ 22 ਪਾਸ ਆਊਟ ਨੂੰ ਕੋਈ ਯੂਨੀਵਰਸਿਟੀ ਇਸ ਟਾਈਮ ਅਸੈਪਟ ਨਹੀਂ ਕਰ ਰਹੀ ਹੈਗੀ। ਬਿਲਕੁਲ ਜੀ, ਇਹ ਚੀਜ਼ ਧਿਆਨ ਰੱਖੋ, ਕਿਉਂਕਿ ਤੁਸੀਂ ਇਹ ਨਾ ਸੋਚੋ ਵੀ ਅੱਜ ਦੀ ਡੇਟ ਵਿੱਚ ਹਜੇ ਵੀ 1 ਸਾਲ ਦਾ ਹੀ ਗੈਪ ਹੈ, ਨਹੀਂ। ਕਿਉਂਕਿ ਮਾਰਚ ਦੇ ਵਿੱਚ ਤੁਸੀਂ ਪਾਸ ਕੀਤੇ ਆਪਣੀ ਸਟੱਡੀ, ਉਸ ਤੋਂ ਬਾਅਦ ਤੁਸੀਂ ਕੋਈ ਵਰਕ ਐਕਸਪੀਰੀਅੰਸ ਵੀ ਨਹੀਂ ਦਿਖਾ ਸਕਦੇ, ਤੁਸੀਂ ਇਹ ਵੀ ਨਹੀਂ ਦਿਖਾ ਰਹੇ ਤੁਸੀਂ ਅੱਗੇ ਕੋਈ ਪੜ੍ਹਾਈ ਕੀਤੀ ਹੈ। ਅਤੇ ਅਗਲਾ ਇਨਟੇਕ ਜਿਹੜਾ ਹੈਗਾ ਤੁਹਾਡਾ, ਵੀ ਹੁਣ ਜੁਲਾਈ 23 ਇਨਟੇਕ ਨਹੀਂ ਹੈਗਾ ਅਵੇਲੇਬਲ। ਅਗਲਾ ਇਨਟੇਕ ਜਿਹੜਾ ਹੈਗਾ ਫੈਬਰੀ 24 ਇਨਟੇਕ ਹੈ, ਯਾਨੀ ਕਿ ਉਸ ਟਾਈਮ ਦੇ ਵਿੱਚ ਤੁਹਾਡਾ 2 ਸਾਲ ਦਾ ਗੈਪ ਬਣ ਜਾਂਦਾ। ਇਸ ਕਰਕੇ ਵੀ ਲਾਈਕ 2 ਸਾਲ ਦਾ ਗੈਪ ਇਸ ਟਾਈਮ ਯੂਨੀਵਰਸਿਟੀ ਅਸੈਪਟ ਨਹੀਂ ਕਰ ਰਹੀ। ਜ਼ਿਆਦਾਤਰ ਮੈਂ ਕਹੂੰਗਾ ਵੀ ਅਸੀਂ ਬਹੁਤ ਟਰਾਈ ਕੀਤੀ ਹੈ, ਕਾਫੀ ਯੂਨੀਵਰਸਿਟੀਆਂ ਟਰਾਈ ਕੀਤੀਆਂ, ਬਟ ਨਹੀਂ ਲੈ ਰਹੇ ਹੈਗੇ 22 ਪਾਸ ਆਊਟ ਨੂੰ। ਅਤੇ 23 ਪਾਸ ਆਊਟ ਹੀ ਬੱਚੇ ਜਿਹੜੇ ਹੈਗੇ ਨੇ, ਬੇਸ਼ੱਕ ਆਰਟਸ ਹੈ, ਕਾਮਰਸ ਹੈ, ਜੋ ਮਰਜ਼ੀ ਹੈ, ਕੋਈ ਪ੍ਰੋਬਲਮ ਦੀ ਗੱਲ ਨਹੀਂ ਹੈਗੀ ਜੀ। ਤੁਹਾਡੀ ਐਡਮਿਸ਼ਨ ਜਿਹੜੀ ਹੈਗੀ ਯੂਨੀਵਰਸਿਟੀ 'ਚ ਹੋ ਜਾਏਗੀ। ਘੱਟ ਬੈਂਡ ਹੈ, ਕੋਈ ਦਿੱਕਤ ਨਹੀਂ ਹੈਗੇ। ਡਿਪਲੋਮਾ ਲੀਡਿੰਗ ਟੂ ਡਿਗਰੀ ਅਪਲਾਈ ਕਰ ਸਕਦੇ ਹੋ, ਫਾਊਂਡੇਸ਼ਨ ਲੀਡਿੰਗ ਟੂ ਬੈਚਲਰ ਅਪਲਾਈ ਕਰ ਸਕਦੇ ਹੋ, ਬਹੁਤ ਆਪਸ਼ਨਸ ਹੈ। ਬਟ ਜਿਹੜੇ 22 ਪਾਸ ਆਊਟਸ ਨੇ ਉਹਨਾਂ ਦੀ ਜਿਹੜੀ ਆਪਸ਼ਨਸ ਹੈ ਇਸ ਟਾਈਮ 'ਤੇ ਬਹੁਤ ਘੱਟ ਨੇ। ਅਤੇ ਜ਼ਿਆਦਾਤਰ ਬੱਚਿਆਂ ਵਾਸਤੇ ਜਿਹੜੀ ਆਪਸ਼ਨਸ ਹੈਗੀਆਂ, ਜਿਵੇਂ ਆਰਟਸ, ਕਾਮਰਸ ਅਤੇ ਨਾਨ ਮੈਡੀਕਲ ਵਾਸਤੇ ਤਾਂ ਆਪਸ਼ਨਸ ਫਿਰ ਵੀ ਹੈਗੀਆਂ, ਜਿਹਦੇ ਵਿੱਚ ਵੀ ਜਿਹੜੇ ਸਟੂਡੈਂਟਸ ਹੈਗੇ ਨੇ ਉਹ ਬੈਚਲਰਸ ਅਪਲਾਈ ਕਰ ਸਕਦੇ ਨੇ, ਕਾਲਜਿਸ ਦੇ ਵਿੱਚ ਅਪਲਾਈ ਕਰ ਸਕਦੇ ਨੇ। ਅਤੇ ਇਨਟੇਕਸ ਵੀ ਅਗਰ ਆਪਾਂ ਕਾਲਜਿਸ ਦੀ ਗੱਲ ਕਰੀਏ, ਅਕਤੂਬਰ ਇਨਟੇਕ ਹੈ, ਨਵੰਬਰ ਇਨਟੇਕ ਹੈ, ਫਿਰ ਜਨਵਰੀ ਇਨਟੇਕ ਹੈ, ਵੀ ਇਨਟੇਕਸ ਮਲਟੀਪਲ ਇਨਟੇਕਸ ਹੈ, ਇੰਨੀ ਕੋਈ ਦਿੱਕਤ ਵਾਲੀ ਗੱਲ ਨਹੀਂ। ਬਟ ਯੂਨੀਵਰਸਿਟੀਜ਼ ਦੇ ਇਨਟੇਕ ਕਿਉਂਕਿ ਫੈਬਰੀ ਤੋਂ ਜੁਲਾਈ 'ਚ ਹੀ ਹੁੰਦੀ ਹੈ ਜ਼ਿਆਦਾਤਰ, ਅਤੇ ਇਹਦੇ ਵਿੱਚ ਦਿੱਕਤ ਆ ਰਹੀ ਹੈ ਵੀ ਇਸ ਟਾਈਮ ਐਡਮਿਸ਼ਨ 'ਚ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਫਿਰ ਸਕਸੈਸ ਰੇਟ ਇਸ ਟਾਈਮ 'ਤੇ ਵੀ ਕਿਉਂਕਿ ਸਾਡੀ ਕੰਪਨੀ ਥੋੜ੍ਹੀ ਪਲਾਨ ਕਰਕੇ ਚੱਲਦੀ ਹੈ ਬੱਚੇ ਦੇ ਕੇਸ ਨੂੰ, ਵੀ ਅਸੀਂ ਐਡਮਿਸ਼ਨ ਇੱਕ ਪਾਸੇ ਪਾ ਦਾਂਗੇ, ਦੂਜੇ ਪਾਸੇ ਅਸੀਂ GT ਦੇ ਡਾਕੂਮੈਂਟ ਤਿਆਰ ਕਰਨੇ ਸ਼ੁਰੂ ਕਰ ਦਿੰਦੇ ਹਾਂ। ਫਿਰ ਫੰਡਸ ਦੇ ਡਾਕੂਮੈਂਟਸ, ਫਾਈਨੈਂਸ਼ੀਅਲ ਡਾਕੂਮੈਂਟਸ, ਜਿਹੜੇ ਇਨਕਮ ਦੇ ਡਾਕੂਮੈਂਟ ਆ, ਸਾਰੇ ਇਕੱਠੇ ਸ਼ੁਰੂ ਕਰ ਦਿੰਦੇ ਹਾਂ, ਤਾਂ ਕਿ ਜਦ ਤੱਕ ਸਾਰੀ ਆਫਰ ਲੈਟਰ GT 'ਤੇ ਸਭ ਕੁਝ ਕਲੀਅਰ ਹੁੰਦਾ, COE ਆਉਂਦੀ ਹੈ, ਤਦ ਤੱਕ ਫਾਈਲ ਜਿਹੜੀ ਹੈਗੀ ਹੈ ਆਲਮੋਸਟ ਰੈਡੀ ਹੁੰਦੀ ਹੈ, ਵੀ ਇੱਕ ਅੱਧੇ ਦਿਨ 'ਚ ਫਾਈਲ ਪੁੱਟ ਅਪ ਹੋ ਜਾਂਦੀ ਹੈ। ਵੀ ਸਾਰੀ ਚੀਜ਼ਾਂ ਸਾਈਮਲਟੇਨੀਅਸਲੀ ਹੋ ਜਾਂਦੀਆਂ। ਹੁਣ ਉਹਦੇ ਵਿੱਚ ਕੀ ਹੈ ਵੀ ਅਗਰ ਬੱਚੇ ਦੇ ਫੰਡਸ ਦੇ ਵਿੱਚ ਕੋਈ ਦਿੱਕਤ ਹੈ, ਉਹਨੂੰ ਅਸੀਂ ਗਾਈਡ ਕਰਦੇ ਹਾਂ ਵੀ ਕਿਵੇਂ ਫੰਡ ਦਿਖਾਏ ਜਾ ਸਕਦੇ ਨੇ। ਕਈ ਕੇਸਿਸ 'ਚ ਪਰਸਨਲ ਲੋਨ ਜਾਂ ਐਜੂਕੇਸ਼ਨ ਲੋਨ ਹੋ ਸਕਦਾ ਹੈ, ਜੋ ਕਿ ਵਿਦਿਨ 2-4 ਦਿਨਾਂ ਦੇ ਵਿੱਚ ਹੀ ਹੋ ਜਾਂਦਾ, ਅਤੇ ਉਹਦੇ ਵਿੱਚ ਇੰਨਾ ਟਾਈਮ ਨਹੀਂ ਲੱਗਦਾ ਹੈਗਾ। ਅਤੇ ਜੈਨੂਨ ਡਾਕੂਮੈਂਟੇਸ਼ਨ, ਫਾਈਨੈਂਸ਼ੀਅਲ ਡਾਕੂਮੈਂਟਸ ਲਗਾਉਣਾ ਬਹੁਤ ਜ਼ਰੂਰੀ ਹੈ ਇਸ ਟਾਈਮ 'ਤੇ, ਕਿਉਂਕਿ ਇਹ ਚੀਜ਼ ਯਾਦ ਰੱਖਿਓ ਵੀ ਇਹ ਪਹਿਲੀ ਗੱਲ ਤਾਂ ਵੈਰੀਫਿਕੇਸ਼ਨ ਬਹੁਤ ਸਟਰੋਂਗ ਹੋ ਰਹੀ ਹੈ ਇਸ ਟਾਈਮ 'ਤੇ ਫੰਡਸ ਦੀ। ਅਤੇ ਅਗਰ ਬਾਈ ਚਾਂਸ ਇਸ ਟਾਈਮ ਵੈਰੀਫਿਕੇਸ਼ਨ ਨਹੀਂ ਹੋਈ, ਤਾਂ ਇਹ ਹੋ ਸਕਦਾ ਵੀ ਤੁਹਾਡਾ ਜਦ ਵੀਜ਼ਾ ਲੱਗ ਜਾਏ, ਤੁਸੀਂ ਉੱਥੇ ਪਹੁੰਚ ਜਾਓ ਆਸਟ੍ਰੇਲੀਆ, ਅਤੇ ਉਸ ਤੋਂ ਬਾਅਦ ਉਸ ਟਾਈਮ 'ਤੇ ਤੁਹਾਨੂੰ ਜਿਹੜਾ ਹੈਗਾ ਵੀਜ਼ਾ ਦੇ ਵਿੱਚ ਤੁਹਾਨੂੰ ਲਾਈਕ ਕੈਂਸਲੇਸ਼ਨ ਦਾ ਵੀ ਤੁਹਾਨੂੰ ਯਾਨੀ ਕਿ ਸਾਹਮਣਾ ਕਰਨਾ ਪੈ ਸਕਦਾ, ਵੀ ਤੁਹਾਨੂੰ ਐਕਸਪਲੇਨੇਸ਼ਨ ਦੇਣੀ ਪੈ ਸਕਦੀ ਹੈ ਵੀ ਤੁਸੀਂ ਇਹ ਜਿਹੜੀ ਫੰਡਸ ਦਿਖਾਏ ਸੀਗੇ ਕਿਵੇਂ ਦਿਖਾਏ ਸੀਗਾ। ਤੁਸੀਂ ਕਹਿੰਦੇ ਜੀ
ਮੈਨੂੰ ਨਹੀਂ ਪਤਾ, ਮੇਰੇ ਏਜੰਟ ਨੂੰ ਪਤਾ ਨਹੀਂ। ਤੁਹਾਡੇ ਏਜੰਟ ਦੇ ਉੱਤੇ ਕੋਈ ਗੱਲ ਨਹੀਂ ਆਏਗੀ, ਤੁਹਾਡੇ ਉੱਤੇ ਆਏਗੀ ਸਾਰੀ ਗੱਲ। ਇਸ ਤੋਂ ਇਲਾਵਾ ਫਿਰ ਗੱਲ ਆ ਗਈ ਜਿਹੜੇ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈ, ਮਾਸਟਰਸ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ। ਹੁਣ ਰੀਸੈਂਟ ਗੱਲ ਕਰੀਏ ਵੀ ਅਸੀਂ ਐਲੀਕੋਸ ਪਲੱਸ ਮਾਸਟਰਸ ਦੇ ਹੀ ਵੀ ਫਾਇਦਾ ਲਗਾ ਕੇ ਵੀਜ਼ਾ ਦਿੱਤੇ ਨੇ, ਜਿਹਦੇ ਵਿੱਚ ਫੰਡਸ ਨਵੇਂ ਵੀ ਸੀਗੇ ਜਾਂ ਪਰਸਨਲ ਲੋਨ ਜਾਂ ਐਜੂਕੇਸ਼ਨ ਲੋਨ ਸੀਗਾ ਉਹ ਵੀ ਅਸੈਪਟ ਹੋਇਆ, ਬਲਕਿ ਸਪਾਊਸ ਕੇਸ 'ਚ ਵੀ ਅਸੈਪਟ ਹੋਇਆ। ਇਸ ਕਰਕੇ ਗੈਪ ਨੂੰ ਲੈ ਕੇ ਗੱਲ ਕਰੀਏ, 11 12 ਸਾਲ ਦੇ ਸੀ ਗੈਪ ਦੇ ਵੀਜ਼ਾ ਦਿੱਤੇ ਨੇ ਰੀਸੈਂਟਲੀ। ਇਸ ਕਰਕੇ +2 ਜਿਨ੍ਹਾਂ ਨੇ ਕੀਤੀਆਂ ਉਹਨਾਂ ਦੇ ਕੇਸ 'ਚ ਦਿੱਕਤ ਆਉਂਦੀ ਹੈ ਗੈਪ ਦੀ, ਬਟ ਗ੍ਰੈਜੂਏਸ਼ਨ ਜਿਨ੍ਹਾਂ ਨੇ ਕੀਤੀ ਉਹ ਵਰਕ ਐਕਸਪੀਰੀਅੰਸ ਦਿਖਾ ਸਕਦੇ ਨੇ, ਉਹ ਕੋਈ ਬਿਜ਼ਨਸ ਦਿਖਾ ਸਕਦੇ ਨੇ, ਜਾਂ ਬਹੁਤ ਤਰੀਕੇ ਹੈਗੇ ਨੇ ਵੀ ਗੈਪ ਨੂੰ ਕਵਰ ਕਰਨ ਦੇ ਗ੍ਰੈਜੂਏਸ਼ਨ ਤੋਂ ਬਾਅਦ। ਇਸ ਕਰਕੇ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਤੁਹਾਡੇ ਬੈਂਡ ਜ਼ਰੂਰ ਅਗਰ 6 ਈਚ ਨੇ ਤਾਂ ਬਹੁਤ ਯਾਨੀ ਕਿ ਰੀਜ਼ਨੇਬਲ ਕੁਛ ਯੂਨੀਵਰਸਿਟੀ ਤੁਹਾਨੂੰ ਐਡਮਿਸ਼ਨ ਦੇ ਦੇਣਗੀਆਂ, ਬਟ ਅਗਰ 6.5 ਨਾਟ ਲੈਸ ਦੈਨ 6 ਹੈ ਤਾਂ ਤੁਸੀਂ ਜ਼ਿਆਦਾਤਰ ਯੂਨੀਵਰਸਿਟੀ ਤੁਸੀਂ ਐਲੀਜੀਬਲ ਹੋ ਜਾਂਦੇ ਹੋ। ਪੀਟੀ ਦੀ ਰਿਕੁਆਇਰਮੈਂਟ ਵੇਰੀ ਕਰਦੀ ਹੈ, ਬਟ ਮਿਨੀਮਮ ਪੀਟੀ ਦੀ ਰਿਕੁਆਇਰਮੈਂਟ 50 ਈਚ ਹੈ, ਅਤੇ 58 ਨਾਟ ਲੈਸ ਦੈਨ 50 ਡਿਪੈਂਡਿੰਗ ਔਨ ਦਾ ਯੂਨੀਵਰਸਿਟੀ। ਬਟ ਫਿਰ ਵੀ ਕਈ ਯੂਨੀਵਰਸਿਟੀ 64 ਮੰਗਦੀਆਂ ਓਵਰਆਲ, ਕੋਈ 62 ਮੰਗੇਗੀ, ਕੋਈ 60 ਮੰਗੇਗੀ, ਉਹ ਡਿਪੈਂਡ ਕਰਦਾ ਵੇਰੀ ਟੂ ਯੂਨੀਵਰਸਿਟੀ। ਬਟ ਆਈਟਸ ਦੀ ਰਿਕੁਆਇਰਮੈਂਟਸ 6 ਈਚ ਜ਼ਿਆਦਾਤਰ ਜੋ ਯੂਨੀਵਰਸਿਟੀਜ਼ ਹੈਗੀਆਂ 6 ਈਚ ਮੰਗਦੀ ਹੈ, ਓਵਰਆਲ 6.5। ਬਟ ਕੁਛ ਯੂਨੀਵਰਸਿਟੀਜ਼ ਐਸੀਆਂ ਵੀ ਹੈ ਜਿਹੜੀਆਂ 6 ਈਚ ਐਂਡ ਓਵਰਆਲ 'ਤੇ ਤੁਹਾਨੂੰ ਮਾਸਟਰਸ ਦੀ ਡਾਇਰੈਕਟ ਐਡਮਿਸ਼ਨ ਦੇ ਦਿੰਦੀਆਂ। ਫਿਰ ਉਹਦੇ ਵਿੱਚ ਵੀ ਇਹੀ ਗੱਲ ਆ ਗਈ 23 ਪਾਸ ਆਊਟ ਆ, ਕੋਈ ਦਿੱਕਤ ਨਹੀਂ ਹੈਗੀ, ਸਟੇਟ ਫਾਰਵਰਡ ਜਿਹਾ ਕੰਮ ਹੋ ਜਾਂਦਾ ਹੈ, ਕੋਈ ਜੀਟੀ ਦੇ ਵਿੱਚ ਐਡਮਿਸ਼ਨ ਦੇ ਵਿੱਚ ਕਿਸੇ ਚੀਜ਼ 'ਚ ਦਿੱਕਤ ਨਹੀਂ ਆਉਂਦੀ। ਬਟ ਹਾਂ, ਅਗਰ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਹੈ ਉਹ ਜਿਹੜਾ ਤੁਹਾਡਾ ਲਾਸਟ ਸਟੱਡੀ ਹੈਗੀ ਹੈ ਤੁਹਾਡੀ ਪੁਰਾਣੀ ਹੈ, 1 ਜਾਂ 2 ਸਾਲ ਦਾ ਗੈਪ ਹੈ ਜਾਂ ਜ਼ਿਆਦਾ ਵੀ ਗੈਪ ਹੈ, ਵਰਕ ਐਕਸਪੀਰੀਅੰਸ ਦਿਖਾਉਣਾ ਜ਼ਰੂਰੀ ਹੈ। ਅਤੇ ਅਗਰ ਤੁਹਾਡਾ ਗੈਪ 2 ਜਾਂ 3 ਸਾਲ ਤੋਂ ਉੱਪਰ ਹੈਗਾ ਤਾਂ ਘੱਟੋ ਘੱਟ ਯਾਨੀ ਕਿ ਜਦੋਂ ਤੁਸੀਂ ਸਾਡੇ ਕੋਲ ਫਾਈਲ ਸ਼ੁਰੂ ਕਰਵਾਓ, ਘੱਟੋ ਘੱਟ 3 ਜਾਂ 4 ਮਹੀਨੇ ਦੀ ਸੈਲਰੀ ਤੁਹਾਡੇ ਅਕਾਊਂਟ 'ਚ ਹੋ ਜਾਣੀ ਚਾਹੀਦੀ ਹੈ, ਕਿਉਂਕਿ ਜਦ ਤੱਕ ਅਸੀਂ ਫਾਈਲ ਕਰਕੇ ਪੁੱਟ ਅਪ ਕਰਾਂਗੇ ਵੀ ਯਾਨੀ ਕਿ 2 ਮਹੀਨੇ ਆਲਮੋਸਟ ਲੱਗ ਹੀ ਜਾਂਦੇ ਨੇ, ਵੀ ਤੁਸੀਂ 5 ਤੋਂ 6 ਮਹੀਨੇ ਸੈਲਰੀ ਤੁਹਾਡੇ ਅਕਾਊਂਟ 'ਚ ਹੋ ਚੁੱਕੀ ਹੋਏਗੀ। ਬਟ ਅਗਰ ਤੁਹਾਡੀ ਵੀ 1 ਜਾਂ 2 ਸਾਲ ਦਾ ਗੈਪ ਹੈ ਤਾਂ ਤੁਸੀਂ ਇਹ ਸੋਚੋ ਵੀ ਜਿਵੇਂ ਤੁਸੀਂ ਸ਼ੁਰੂ ਕਰਦੇ ਹੋ ਸਾਡੇ ਕੋਲ ਕੇਸ, ਤੇ ਉਸੇ ਟਾਈਮ 'ਤੇ ਅਕਾਊਂਟ 'ਚ ਸੈਲਰੀ ਪਾਉਣੀ ਸ਼ੁਰੂ ਕਰ ਦਿਓ, ਉਹ ਵੀ ਐਕਸੈਪਟੇਬਲ ਹੈ, ਕਿਉਂਕਿ 2 ਮਹੀਨੇ ਦੀ ਵੀ ਸੈਲਰੀ ਅਗਰ ਆ ਜਾਂਦੀ ਹੈ, ਅਗਰ ਤੁਹਾਡਾ 2 ਜਾਂ 3 ਸਾਲ ਦਾ ਗੈਪ ਹੈ, 2 ਤੋਂ 3 ਮਹੀਨੇ ਦੀ ਸੈਲਰੀ ਵੀ ਤੁਹਾਡੇ ਅਕਾਊਂਟ 'ਚ ਆ ਜਾਂਦੀ, ਉਹ ਵੀ ਐਕਸੈਪਟੇਬਲ ਹੈ। ਉਹਦੇ ਨਾਲ ਵੀ ਜਿਹੜਾ ਸਕਸੈਸ ਰੇਟ ਹੈ ਵਧੀਆ ਸਾਨੂੰ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਜਿਹੜੇ ਇਨਕਮ ਦੇ ਡਾਕੂਮੈਂਟਸ ਦੀ ਗੱਲ ਕਰੀਏ ਵੀ ਸਿੰਗਲ ਕੇਸ ਦੇ ਵਿੱਚ ਸਾਡੀ ਵੈਸੇ ਰਿਕਮੈਂਡਡ ਹੈਗਾ ਵੀ 9 ਤੋਂ 10 ਲੱਖ ਰੁਪਇਆ ਇਨਕਮ ਦਿਖਾਓ, ਬਟ ਸਾਡੀ ਕੰਪਨੀ 15 ਲੱਖ ਤੋਂ ਲੈ ਕੇ 17-18 ਲੱਖ ਤੱਕ ਦੀ ਇਨਕਮ ਸ਼ੋ ਕਰਦੀ ਹੈ ਵੀ ਪਰ ਲਾਈਕ ਸਿੰਗਲ ਸਟੂਡੈਂਟ ਵਾਸਤੇ ਫੈਮਿਲੀ ਇਨਕਮ, ਜਿਹਦੇ ਵਿੱਚ ਕਿ ਪੇਰੈਂਟਸ ਹੋ ਸਕਦੇ ਨੇ, ਗ੍ਰੈਂਡ ਪੇਰੈਂਟਸ ਹੋ ਸਕਦੇ ਨੇ, ਬ੍ਰਦਰ ਸਿਸਟਰ ਹੋ ਸਕਦੇ ਨੇ, ਅਤੇ ਸਾਰੇ ਮਿਲ ਕੇ ਵੀ ITR ਆਪਣੀਆਂ ਇਨਕਮ ਟੈਕਸ ਰਿਟਰਨਸ ਦਿਖਾ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਬੱਚੇ ਬੈਚਲਰ ਕੀਤੀ ਹੋਈ ਹੈ, ਮਾਸਟਰਸ ਵਾਸਤੇ ਜਾਣਾ ਚਾਹੁੰਦੇ ਆ, ਉਹਦੇ ਵਿੱਚ ਅਸੀਂ ਘੱਟੋ ਘੱਟ 17 ਤੋਂ 20 ਲੱਖ ਰੁਪਏ ਦੀ ਇਨਕਮ ਦਿਖਾਉਂਦੇ ਹਾਂ। ਰਿਕਮੈਂਡਡ ਜਿਹੜਾ ਹੈਗਾ ਤਾਂ ਘੱਟੋ ਘੱਟ 10 ਤੋਂ 12 ਲੱਖ ਰੁਪਇਆ ਰਿਕਮੈਂਡਡ ਹੈ। ਫਿਰ ਸਪਾਊਸ ਕੇਸ ਦੀ ਗੱਲ ਕਰੀਏ, ਅਸੀਂ ਇਨਕਮ ਘੱਟੋ ਘੱਟ 20 ਤੋਂ 25 ਲੱਖ ਰੁਪਏ ਇਨਕਮ ਜਿਹੜੀ ਹੈਗੀ ਹੈ ਫੈਮਿਲੀ ਦੀ ਸ਼ੋਅ ਕਰਵਾਉਂਦੇ ਹਾਂ ਵੀ, ਬਟ ਰਿਕਮੈਂਡਡ ਜਿਹੜਾ ਹੈਗਾ ਘੱਟੋ ਘੱਟ 12 ਤੋਂ 15 ਲੱਖ 16 ਲੱਖ ਦੇ ਆਸ-ਪਾਸ ਰਿਕਮੈਂਡਡ ਹੈਗੀ ਹੋਣੀ ਚਾਹੀਦੀ। ਅਸੀਂ ਵੱਧ ਹੀ ਲੈ ਕੇ ਚੱਲਦੇ ਨੇ। ਫਿਰ ਫਾਈਨੈਂਸ਼ੀਅਲਸ ਨੂੰ ਲੈ ਕੇ ਚੱਲੀਏ ਵੀ ਕਈ ਸਟੂਡੈਂਟਸ ਕੋਲ ਨਵੇਂ ਫੰਡਸ ਹੁੰਦੇ ਨੇ, ਕਈਆਂ ਕੋਲ ਪੁਰਾਣੇ ਹੁੰਦੇ ਨੇ, ਕਈਆਂ ਕੋਲ ਐਜੂਕੇਸ਼ਨ ਲੋਨ ਹੈ, ਕਈਆਂ ਕੋਲ ਪਰਸਨਲ ਲੋਨ ਹੈ, ਕਈਆਂ ਕੋਲ ਕੋਈ ਖੇਤੀਬਾੜੀ ਦੀ ਲਿਮਿਟ ਹੈਗੀ ਹੈ, ਜਾਂ ਬਹੁਤ ਤਰੀਕੇ ਦੇ ਫੰਡਸ ਹੁੰਦੇ ਨੇ, ਗ੍ਰਾਮੀਣ ਬੈਂਕਾਂ 'ਚ ਲੋਕਾਂ ਦੇ ਫੰਡਸ ਹੁੰਦੇ ਨੇ, ਪੋਸਟ ਆਫਿਸ ਸੇਵਿੰਗਸ ਹੁੰਦੀਆਂ, ਅਤੇ ਕਾਫੀ ਜ਼ਿਆਦਾ ਤਰੀਕੇ ਦੇ ਫੰਡਸ ਜਿਹੜੇ ਹੈਗੇ ਅਸੈਪਟੇਬਲ ਹੈਗੇ ਨੇ। ਨਹੀਂ ਵੀ ਅਗਰ ਕਿਤੇ ਅਸੈਪਟ ਹੋ ਰਹੇ ਹੁੰਦੇ ਨੇ ਤਾਂ ਉਹ ਇਹ ਹੋ ਸਕਦਾ ਵੀ ਇੱਕ ਜਗ੍ਹਾ ਤੋਂ ਕਢਾ ਕੇ ਤੁਸੀਂ ਦੂਸਰੇ ਅਕਾਊਂਟ 'ਚ ਪਾ ਸਕਦੇ ਹੋ, ਵੀ ਜਿੱਥੇ ਜਿਹੜੀ ਜਗ੍ਹਾ ਅਸੈਪਟੇਬਲ ਹੋਏ, ਅਤੇ ਉਹਦਾ ਸੋਰਸ ਬਣ ਜਾਂਦਾ ਵੀ ਪੁਰਾਣੇ ਤੁਹਾਡੇ ਕਿਸੇ ਐਸੀ ਜਗ੍ਹਾ 'ਤੇ ਪਏ ਸੀ ਜੋ ਅਸੈਪਟੇਬਲ ਨਹੀਂ ਸੀ, ਬਟ ਉਹਨੂੰ ਤੁਸੀਂ ਕਿਉਂਕਿ ਜਦ ਤੁਹਾਨੂੰ ਪਤਾ ਲੱਗਿਆ ਤੁਸੀਂ ਵੀਜ਼ਾ ਅਪਲਾਈ ਕਰਨਾ, ਤੁਸੀਂ ਉਹਨੂੰ ਸਹੀ ਜਗ੍ਹਾ ਯਾਨੀ ਕਿ ਟ੍ਰਾਂਸਫਰ ਕਰਤੇ ਆਪਣੇ ਫੰਡਸ ਦੀ ਜਿਹਦੇ ਵਿੱਚ ਅਸੈਪਟੇਬਲ ਸੀਗੇ ਉਹ ਫੰਡਸ। ਇਸ ਕਰਕੇ ਵੀ ਤੁਸੀਂ ਇਸ ਚੀਜ਼ ਨੂੰ ਪਲਾਨ ਆਊਟ ਕਰਨਾ ਹੈ ਵੀ ਜਿਸ ਦਿਨ ਤੁਸੀਂ ਕੇਸ ਆਪਣਾ ਸ਼ੁਰੂ ਕਰਾਓ ਉਸੇ ਦਿਨ ਸਾਰਾ ਪਲਾਨ ਆਊਟ ਕਰਵਾ ਦਿਓ ਆਪਣਾ ਕੇਸ। ਵੀ ਇਹ ਨਹੀਂ ਹੈਗਾ ਵੀ 2 ਮਹੀਨੇ 'ਚ ਤੁਹਾਨੂੰ 1.5 ਮਹੀਨੇ 'ਚ ਐਡਮਿਸ਼ਨ ਆ ਰਹੀ ਹੈ, ਉਸ ਤੋਂ ਬਾਅਦ ਜੀ ਤੁਹਾਨੂੰ ਕੰਸਲਟੈਂਟ ਕਹਿ ਰਿਹਾ ਜਾਓ ਜੀ ਇਨਕਮ ਦੇ ਡਾਕੂਮੈਂਟ ਇਹ ਚਾਹੀਦੇ ਨੇ, ਤੁਸੀਂ ਫੰਡ ਇੰਨੇ ਕਰ ਦਿਓ। ਹੁਣ ਸਾਡੀ ਕੰਪਨੀ ਕੀ ਕਰਦੀ ਹੈ ਵੀ ਜਿੰਨੇ ਤੁਹਾਡੇ ਕੋਲ ਫੰਡਸ ਹੈ ਅੱਜ ਅਕਾਊਂਟ 'ਚ ਪਾ ਦਿਓ, ਨਵੇਂ ਹੈ ਕੋਈ ਪ੍ਰੋਬਲਮ ਨਹੀਂ, ਇਕੱਠੇ ਕਰਕੇ ਪਾ ਦਿਓ, ਕੋਈ ਦਿੱਕਤ ਨਹੀਂ। ਵੀ 2-2.5 ਮਹੀਨੇ ਤੱਕ ਵੀ ਅਗਰ ਤੁਸੀਂ ਕਰ ਦਿੰਦੇ ਹੋ ਤਾਂ ਕੋਈ ਦਿੱਕਤ ਨਹੀਂ ਹੈਗੀ, ਵੀ 2-2.5 ਮਹੀਨੇ ਤੋਂ ਬਾਅਦ ਵੀ ਫਾਇਦੇ ਲਗਾਉਂਦੇ ਆਪਾਂ ਤਾਂ ਆਪਣੇ ਕੋਲ ਉਹਦੇ ਸੋਰਸ ਵਗੈਰਾ ਜਿਹੜੇ ਹੈਗੇ ਨੇ ਉਹ ਬਣ ਜਾਂਦੇ ਨੇ, ਉਹ ਮੈਨੇਜ ਹੋ ਜਾਂਦੇ ਨੇ, ਅਤੇ ਇਸ ਤੋਂ ਇਲਾਵਾ ਫੰਡਸ ਤੁਹਾਡੇ 2-3 ਮਹੀਨੇ ਪੁਰਾਣੇ ਹੋ ਜਾਣਗੇ, ਉਹ ਅਸੈਪਟੇਬਲ ਹੋ ਜਾਣਗੇ। ਬਾਕੀ ਯੂਨੀਵਰਸਿਟੀ ਅਗਰ ਲੈਵਲ ਬਣਦੀਆਂ ਤਾਂ ਕੁਛ ਨਵੇਂ ਫੰਡਸ ਵੀ ਤੁਸੀਂ ਦਿਖਾ ਸਕਦੇ ਹੋ, ਬਟ ਅਗਰ ਲੈਵਲ 2 ਦੀ ਯੂਨੀਵਰਸਿਟੀ ਜਾਂ 3 'ਚ ਅਪਲਾਈ ਕਰ ਰਹੇ ਹੋ ਤੁਸੀਂ 3 ਮਹੀਨੇ ਪੁਰਾਣੇ ਫੰਡਸ ਦਿਖਾਣੇ ਪੈਣਗੇ। ਇਸ ਟਾਈਮ 'ਤੇ ਪ੍ਰੋਬਲਮ ਇਹ ਹੈ ਵੀ ਬਹੁਤ ਜ਼ਿਆਦਾ ਯੂਨੀਵਰਸਿਟੀਜ਼ ਐਸੀਆਂ ਜਿਹੜੀਆਂ ਕਿ ਲੈਵਲ 2 ਦੇ ਵਿੱਚ ਹੈਗੀਆਂ, ਅਤੇ ਇਸ ਕਰਕੇ ਬੱਚੇ ਨੂੰ ਦਿੱਕਤ ਆਉਂਦੀ ਹੈ ਫੰਡਸ ਦਿਖਾਉਣ ਦੇ ਵਿੱਚ, ਬਟ ਉਹਨੂੰ ਪਲਾਨ ਕਰੋ, ਕੋਈ ਦਿੱਕਤ ਵਾਲੀ ਗੱਲ ਨਹੀਂ। ਇਸ ਟਾਈਮ 'ਤੇ ਫੈਬਰੀ ਇਨਟੇਕ ਹੈ ਜ਼ਿਆਦਾਤਰ ਯੂਨੀਵਰਸਿਟੀਜ਼ ਦਾ, ਅਤੇ ਕਾਲਜਿਸ ਦਾ ਜਿਵੇਂ ਤੁਹਾਨੂੰ ਦੱਸਿਆ ਅਕਤੂਬਰ ਨਵੰਬਰ ਇਨਟੇਕ ਹੈਗਾ, ਯੂਨੀਵਰਸਿਟੀ ਦਾ ਫੈਬਰੀ ਇਨਟੇਕ ਹੈਗਾ, ਅਤੇ ਫੈਬਰੀ
ਪੇਪਰ ਇਨਟੇਕ ਦੇ ਹਿਸਾਬ ਨਾਲ ਅਗਰ ਤੁਸੀਂ ਪਲਾਨ ਕਰਦੇ ਹੋ ਤਾਂ ਤੁਸੀਂ ਅਗਰ ਹੁਣ ਸ਼ੁਰੂ ਕਰਦੇ ਹੋ ਸੈਪਟੰਬਰ ਦਾ ਮਹੀਨਾ, ਅਕਤੂਬਰ ਨਵੰਬਰ ਦਸੰਬਰ ਦੇ ਵਿੱਚ ਵੀ ਤੁਸੀਂ ਫਾਈਲ ਪੁੱਟ ਅਪ ਕਰ ਦਿੰਦੇ ਹੋ ਤਾਂ ਵੀ ਕੋਈ ਪ੍ਰੋਬਲਮ ਨਹੀਂ, ਘੱਟੋ ਘੱਟ ਵੀਜ਼ਾ ਗ੍ਰਾਂਟ ਹੋ ਜਾਏਗਾ। ਕਿਉਂਕਿ ਆਸਟ੍ਰੇਲੀਆ ਦੀ ਇੱਕ ਚੀਜ਼ ਯਾਦ ਰੱਖਿਓ, ਇੱਕ ਵਾਰੀ ਫਾਈਲ ਲੱਗਣੀ ਹੈ, ਬਾਰ-ਬਾਰ ਫਾਈਲ ਨਹੀਂ ਲੱਗਣੀ। ਇੱਕ ਵਾਰੀ ਫਾਈਲ ਲਗਾਓ, ਸਹੀ ਤਰੀਕੇ ਨਾਲ ਫਾਈਲ ਲਗਾਓ, ਵੀਜ਼ਾ ਅਪਲਾਈ ਕਰੋ। ਟਰਾਈ ਮਾਰਨ ਦਾ ਕੰਮ ਨਾ ਕਰੋ। ਸਾਡੇ ਕੋਲ ਬਹੁਤ ਬੱਚੇ ਆਉਂਦੇ ਨੇ ਵੀ ਅਪਲਾਈ ਕੀਤਾ ਸੀ ਜੀ ਏਜੰਟ ਨੇ, ਉਹਨੇ ਵਿਡਰਾ ਕਰ ਲਈ ਫਾਈਲ, ਜਾਂ ਫਿਰ ਅਸੀਂ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ ਸਾਡਾ ਕੁਝ ਬਣ ਨਹੀਂ ਰਿਹਾ ਹੈਗਾ, ਜਾਂ ਫਿਰ ਵਧੀਆ ਪ੍ਰੋਫਾਈਲ 'ਤੇ ਵੀ ਰਿਜੈਕਸ਼ਨ ਕਰਵਾ ਚੁੱਕੇ ਨੇ ਬੱਚੇ। ਉਹਦਾ ਕਾਰਨ ਕੀ ਹੁੰਦਾ ਵੀ ਸਟੇਟਮੈਂਟ ਆਫ ਪਰਪਸ ਨੂੰ ਲੈ ਕੇ, GT ਦੇ ਡਾਕੂਮੈਂਟਸ ਨੂੰ ਲੈ ਕੇ, ਇਨਕਮ ਦੇ ਡਾਕੂਮੈਂਟ, ਫਾਈਨੈਂਸ਼ੀਅਲ ਡਾਕੂਮੈਂਟਸ, ਉਹਦੀ ਪਲੈਨਿੰਗ ਨਹੀਂ ਕੀਤੀ ਜਾਂਦੀ। ਹੁੰਦਾ ਕੀ ਹੈ ਜ਼ਿਆਦਾਤਰ ਬੱਚਿਆਂ, ਤੁਸੀਂ ਬੱਚੇ ਵੀ ਇਸ ਚੀਜ਼ ਨੂੰ ਐਗਰੀ ਕਰਨਗੇ ਜਿਹੜੇ ਦੇਖ ਰਹੇ ਨੇ, ਵੀ ਤੁਸੀਂ ਕੰਸਲਟੈਂਟ ਕੋਲ ਜਾਂਦੇ ਹੋ, ਤੁਹਾਡੀ ਐਡਮਿਸ਼ਨ ਅਪਲਾਈ ਕਰਤੀ ਜੀ, ਤੁਸੀਂ ਐਡਮਿਸ਼ਨ ਜਦ ਤੱਕ ਆਉਂਦੀ ਨਹੀਂ ਉਹਨਾਂ ਨੇ ਕੁਝ ਨਹੀਂ ਅੱਗੇ ਕਰਨਾ, ਤੁਹਾਡੀ ਕੋਈ ਪਲੈਨਿੰਗ ਨਹੀਂ ਕਰਨੀ, ਫਾਈਨੈਂਸ਼ੀਅਲ ਇਨਕਮ ਡਾਕੂਮੈਂਟਸ ਦੀ ਕਿਸੇ ਚੀਜ਼ ਦੀ ਕੋਈ ਪਲੈਨਿੰਗ ਕਰਨੀ। ਉਹਨਾਂ ਨੇ ਉਸ ਤੋਂ ਬਾਅਦ ਤੁਹਾਨੂੰ ਬੁਲਾਉਣਗੇ, ਲਓ ਜੀ ਆਫਰ ਲੈਟਰ ਆ ਗਈ ਜੀ, ਹੁਣ ਆਪਾਂ ਫੰਡ ਸ਼ੋ ਕਰਨੇ, ਇਹਦੇ ਪੈਸੇ ਦੇ ਦਿਓ ਸਾਨੂੰ। ਅਗਲਾ ਫੰਡ ਦੇ ਪੈਸੇ ਲੈ ਕੇ ਤੁਹਾਨੂੰ ਤੁਹਾਡੀ ਜੇਬ 'ਚ ਪਾਏਗਾ। ਉਸ ਤੋਂ ਬਾਅਦ ਕਹੇਗਾ ਜੀ ਅਸੀਂ ਫੰਡ ਦਿਖਾ ਰਹੇ ਹਾਂ, ਫਲਾਣੇ ਫਾਈਨੈਂਸਰ ਤੋਂ ਦਿਖਾਵਾਂਗੇ, ਇਹ ਹੈ ਉਹ ਹੈ। ਉਸ ਤੋਂ ਬਾਅਦ 2 ਤੋਂ 3 ਮਹੀਨੇ ਬੱਚੇ ਦੇ ਖਰਾਬ ਕਰ ਦਿੱਤੇ ਜਾਂਦੇ ਨੇ। ਉਸ ਤੋਂ ਬਾਅਦ ਵੀ ਉਹ ਫੰਡਸ ਭੇਜੇ ਜਾਂਦੇ ਨੇ ਯੂਨੀਵਰਸਿਟੀ 'ਚ, ਯੂਨੀਵਰਸਿਟੀ ਅਪਰੂਵਲ ਦੇਵੇ ਨਾ ਦੇਵੇ, ਫਿਰ ਉਹਨੂੰ ਹੋ ਸਕਦਾ ਕਿਸੇ ਹੋਰ ਯੂਨੀਵਰਸਿਟੀ 'ਚ ਪਾਏ। ਵੀ 7-8 ਮਹੀਨੇ ਦਾ ਟਾਈਮ ਜਿਹੜਾ ਹੈਗਾ ਆਮ ਤੌਰ 'ਤੇ ਲੱਗ ਹੀ ਜਾਂਦਾ ਵੀ ਅਗਰ ਇਸ ਤਰੀਕੇ ਨਾਲ ਪ੍ਰੋਸੈਸ ਨਾ ਕਰੇ। ਬਟ ਅਗਰ ਤੁਸੀਂ ਪਹਿਲੇ ਦਿਨ ਹੀ ਜਦੋਂ ਤੁਸੀਂ ਆਉਂਦੇ ਹੋ ਉਸੇ ਦਿਨ ਸਾਰਾ ਕੇਸ ਤੁਹਾਡਾ ਪਲਾਨ ਹੋ ਜੇ ਵੀ ਤੁਹਾਡੀ ਜਿਹੜੇ ਡਾਕੂਮੈਂਟੇਸ਼ਨ ਹੈਗੀ ਹੈ ਗੈਪ ਨੂੰ ਲੈ ਕੇ, ਕੋਈ ਸੈਲਰੀ ਅਕਾਊਂਟ 'ਚ ਲੈਣੀ ਹੈ, ਜਾਂ ਫਿਰ ਕੋਈ ਇਨਕਮ ਦੇ ਡਾਕੂਮੈਂਟਸ ਹੈਗੇ, ਫੰਡਸ ਦੇ ਡਾਕੂਮੈਂਟਸ ਲੈ ਕੇ, ਕੋਈ ਉਹਦੀ ਲਿਮਿਟ ਤੁਸੀਂ ਦਿੱਤੀ ਹੋਈ ਹੈ, ਕੋਈ ਖੇਤੀਬਾੜੀ ਦੀ ਲਿਮਿਟ ਹੈਗੀ ਹੈ, ਜਾਂ ਕੋਈ ਐਜੂਕੇਸ਼ਨ ਲੋਨ ਜਾਂ ਪਰਸਨਲ ਲੋਨ ਤੁਸੀਂ ਅਪਲਾਈ ਕਰ ਸਕਦੇ ਹੋ, ਗੋਲਡ ਲੋਨ ਅਪਲਾਈ ਕਰ ਸਕਦੇ ਹੋ। ਕਾਫੀ ਤਰੀਕੇ ਦੇ ਫੰਡਸ ਹੈ ਜਿਹੜੇ ਦਿਖਾ ਕੇ, ਜੈਨੂਅਲੀ ਦਿਖਾ ਕੇ, ਪੈਸੇ ਬਚਾ ਕੇ ਤੁਸੀਂ ਫਾਈਲ ਲਗਾ ਕੇ ਵੀਜ਼ਾ ਲੈ ਸਕਦੇ ਹੋ। ਬਟ ਉਹੀ ਹੈ ਵੀ ਗਾਈਡੈਂਸ ਦੀ ਗੱਲ ਆ ਜਾਂਦੀ ਹੈ ਵੀ ਕੰਸਲਟੈਂਟ ਗਾਈਡੈਂਸ ਨਹੀਂ ਦਿੰਦੇ ਹੈਗੇ। ਉਹਨਾਂ ਨੇ ਇਹ ਹੁੰਦਾ ਵੀ ਜਦੋਂ ਅਸੀਂ ਤਾਂ ਆਪਦੇ ਪੈਸੇ ਕਮਾਈ, ਅਗਰ ਗਾਈਡ ਕਰਾਂਗੇ ਬੱਚੇ ਨੂੰ ਤਾਂ ਕਮਾਉਣਗੇ ਕਿਵੇਂ। ਅਤੇ ਇਹ ਚੀਜ਼ਾਂ ਜ਼ਰੂਰ ਠੀਕ ਹੈ, ਕੰਸਲਟੈਂਟ ਹਰ ਕਿਸੇ ਨੇ ਪੈਸਾ ਕਮਾਉਣਾ, ਬਟ ਜਿੰਨਾ ਬੱਚੇ ਦਾ ਕੇਸ ਓਰੀਜਨਲ ਰੱਖਿਆ ਜਾ ਸਕੇ, ਜਿੰਨਾ ਕੇਸ ਉਹਨੂੰ ਉਸੀ ਡਾਕੂਮੈਂਟਸ, ਬੱਚੇ ਦੇ ਡਾਕੂਮੈਂਟਸ ਨਾਲ ਹੀ ਦਿਖਾ ਕੇ ਉਹਨੂੰ ਸਟਰੋਂਗ ਕੀਤਾ ਜਾ ਸਕਦਾ, ਉਹਦੀ ਵਰਗੀ ਕੋਈ ਰੀਸ ਹੈ ਨਹੀਂ। ਇਸ ਕਰਕੇ ਹਰ ਚੀਜ਼ ਪਲਾਨ ਆਊਟ ਕੀਤੀ ਜਾ ਸਕਦੀ ਹੈ, ਬਟ ਤੁਹਾਡਾ ਕੰਸਲਟੈਂਟ ਉਹਦੇ ਵਿੱਚ ਵਿਲਿੰਗ ਹੋਣਾ ਚਾਹੀਦਾ। ਇਸ ਤੋਂ ਇਲਾਵਾ ਅਗਰ ਤੁਹਾਨੂੰ ਜਿਵੇਂ ਸਾਡੀ ਕੰਪਨੀ ਲਗਾ ਦਿਓ ਜਾਂ ਕੋਈ ਹੋਰ ਕੰਪਨੀ ਕਹਿੰਦੀ ਹੈ ਵੀ ਇਹ ਡਾਕੂਮੈਂਟੇਸ਼ਨ ਚਾਹੀਦਾ ਆਪਾਂ ਨੂੰ, ਐਵੇਂ ਤਿਆਰ ਕਰੋ, ਇਹ ਵੀ ਚੀਜ਼ ਸਹੀ ਰਹੇਗੀ। ਉਹ ਵੀ ਇਹ ਚੀਜ਼ ਦਾ ਫਾਇਦਾ ਦੇਖੋ ਸਟੂਡੈਂਟ ਨੂੰ ਆਪਣੇ ਆਪ ਨੂੰ ਹੁੰਦਾ। ਇਹਦੇ ਵਿੱਚ ਕੰਸਲਟੈਂਟ ਨੂੰ ਤਾਂ ਠੀਕ ਹੈ ਵੀ ਉਹਦਾ ਵੀਜ਼ਾ ਗ੍ਰਾਂਟ ਹੋਏਗਾ, ਅੱਛੀ ਗੱਲ ਹੈ, ਬਟ ਸਭ ਤੋਂ ਜ਼ਿਆਦਾ ਫਾਇਦਾ ਸਟੂਡੈਂਟ ਨੂੰ ਹੈ। ਅਗਰ ਨਹੀਂ ਵੀ ਵੀਜ਼ਾ ਆਉਂਦਾ ਕੰਸਲਟੈਂਟ ਨੂੰ ਫਰਕ ਨਹੀਂ ਪਏਗਾ, ਸਟੂਡੈਂਟ ਨੂੰ ਬਹੁਤ ਫਰਕ ਪੈਂਦਾ। ਇਸ ਕਰਕੇ ਅਗਰ ਤੁਹਾਨੂੰ ਕੋਈ ਕੰਸਲਟੈਂਟ ਕਹਿ ਰਿਹਾ ਵੀ ਡਾਕੂਮੈਂਟੇਸ਼ਨ ਐਵੇਂ ਦਿਖਾਓ, ਇਹ ਵੀ ਵਧੀਆ ਰਹੂਗਾ, ਉਹ ਵੀ ਵਧੀਆ ਰਹੂਗਾ, ਤੁਸੀਂ ਇਹ ਨਾ ਸੋਚੋ ਵੀ ਘੱਟੋ ਘੱਟ ਡਾਕੂਮੈਂਟੇਸ਼ਨ ਕਿਹਦੇ ਨਾਲ ਮੇਰਾ ਕੰਮ ਸਰ ਜਾਏਗਾ। ਜ਼ਿਆਦਾਤਰ ਬੱਚਿਆਂ ਦਾ ਇਹੀ ਦਿਮਾਗ 'ਚ ਹੁੰਦਾ ਵੀ ਮਿਨੀਮਮ ਦੱਸ ਦਿਓ ਜੀ ਸਾਨੂੰ ਕੀ ਚਾਹੀਦਾ। ਵੀ ਮੇਰੀ ਥਿਊਰੀ ਇਹ ਹੈ ਵੀ ਜ਼ਿਆਦਾ ਡਾਕੂਮੈਂਟਸ ਕਿੰਨੇ ਹੋ ਸਕਦੇ ਨੇ ਪੋਸੀਬਲ ਵੀ ਜਿਹਦੇ ਨਾਲ ਆਪਾਂ ਫਾਈਲ ਲਗਾਈ ਜਾਏ। ਉਹਦੇ ਨਾਲ ਬੈਨੀਫਿਟ ਇਹ ਆਉਂਦਾ ਵੀ ਵੀਜ਼ਾ ਅਫਸਰ ਜਦ ਦੇਖਦਾ ਵੀ ਭਰੀ ਹੋਈ ਫਾਈਲ ਆ ਰਹੀ ਹੈ, ਸਾਰੇ ਡਾਕੂਮੈਂਟੇਸ਼ਨ ਪ੍ਰੋਪਰਲੀ ਕਵਰਡ ਹੈਗੇ ਨੇ, ਹਰ ਚੀਜ਼ ਦੇ ਬੱਚੇ ਨੇ ਪ੍ਰੂਫ ਦਿੱਤੇ ਹੋਏ ਨੇ, ਅਤੇ ਉਹਦੇ ਨਾਲ ਜਿਹੜਾ ਸਕਸੈਸ ਰੇਟ ਹੈ ਹਮੇਸ਼ਾ ਹਾਈ ਆਉਂਦਾ। ਅਤੇ ਇਹ ਚੀਜ਼ ਦਾ ਡਿਫਰੈਂਸ ਹੈਗਾ ਸਾਡੀ ਕੰਪਨੀ ਦਾ ਅਤੇ ਬਾਕੀ ਕੰਪਨੀਆਂ 'ਚ। ਅਸੀਂ ਮਿਨੀਮਮ ਡਾਕੂਮੈਂਟੇਸ਼ਨ 'ਤੇ ਕੰਮ ਨਹੀਂ ਕਰਦੇ, ਮੈਕਸਿਮਮ ਡਾਕੂਮੈਂਟੇਸ਼ਨ 'ਤੇ ਕੰਮ ਕਰਦੇ ਨੇ। ਬੇਸ਼ੱਕ ਅਸੀਂ ਕਿਸੇ ਵੀ ਕੰਟਰੀ ਦਾ ਕੰਮ ਕਰੀਏ, ਅਸੀਂ ਕੈਨੇਡਾ ਕਰਦੇ ਹਾਂ, ਅਸੀਂ UK ਕਰਦੇ ਹਾਂ, US ਕਰਦੇ ਹਾਂ, ਆਸਟ੍ਰੇਲੀਆ ਕਰਦੇ ਹਾਂ, ਸਾਰੀ ਕੰਟਰੀਜ਼ ਦੇ ਵਿੱਚ ਅਸੀਂ ਸਟਰੋਂਗ ਫਾਈਲ ਲਗਾਉਣ ਦੇ ਵਿੱਚ ਬਿਲੀਵ ਕਰਦੇ ਹਾਂ, ਬਜਾਏ ਕਿ ਮਿਨੀਮਮ ਡਾਕੂਮੈਂਟੇਸ਼ਨ ਦੇ ਫਾਈਲ ਲਗਾਉਣ ਦੇ ਵਿੱਚ। ਅਤੇ ਸਕਸੈਸ ਰੇਟ ਇਸ ਟਾਈਮ ਸਪਾਊਸ ਕੇਸ ਦਾ ਬਹੁਤ ਵਧੀਆ ਨਿਕਲਿਆ। ਜੁਲਾਈ ਇਨਟੇਕ ਸਾਡਾ ਬਹੁਤ ਵਧੀਆ ਨਿਕਲਿਆ। ਹੁਣ ਵੀ ਜਿਹੜੇ ਫਾਈਲਾਂ ਰੀਸੈਂਟਲੀ ਲੱਗੀਆਂ ਹੋਈਆਂ ਸੀ, ਸਭ ਦੇ 100% ਵੀਜ਼ਾਸ ਜਿਹੜੇ ਰੀਸੈਂਟ ਆਏ ਨੇ। ਵੀ ਮੈਂ ਕਹੂੰਗਾ ਵੀ ਜੁਲਾਈ ਐਂਡ ਤੋਂ ਵਧੀਆ ਵੀਜ਼ੇ ਆਉਣੇ ਸ਼ੁਰੂ ਹੋ ਗਏ ਸੀ। ਜੁਲਾਈ ਐਂਡ ਅਗਸਤ ਅਤੇ ਸਪਟੰਬਰ ਦੇ ਵਿੱਚ ਜਿਹੜੇ ਸਕਸੈਸ ਰੇਟ ਹੈ ਬਹੁਤ ਜ਼ਿਆਦਾ ਹਾਈ ਰਿਹਾ, ਅਤੇ ਸਪਾਊਸ ਵੀਜ਼ਾ 'ਚ ਤਾਂ ਖਾਸ ਕਰ ਬਹੁਤ ਵਧੀਆ ਰਿਹਾ। ਬਾਕੀ ਸਿੰਗਲ ਕੇਸਿਸ ਦੀ ਗੱਲ ਕਰੀਏ, ਇੱਕ ਚੀਜ਼ ਹੋਰ ਸਾਨੂੰ ਟਰੈਂਡ ਦੇਖਣ ਨੂੰ ਮਿਲਿਆ ਵੀ ਜਿਹੜੀਆਂ ਸਿੰਗਲ ਕੁੜੀਆਂ ਹੈਗੀਆਂ ਉਹਨਾਂ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਆ ਰਿਹਾ। ਸੈਕਿੰਡ ਨੰਬਰ 'ਤੇ ਆਉਂਦਾ ਹੈ ਸਪਾਊਸ ਕੇਸਿਸ ਦਾ, ਜਿਹਦੇ ਵਿੱਚ ਮੇਨ ਐਪਲੀਕੈਂਟ ਕੁੜੀ ਹੈ, ਅਤੇ ਥਰਡ ਸਕਸੈਸ ਰੇਟ ਆਉਂਦਾ ਮੁੰਡਿਆਂ ਦਾ। ਵੀ ਇਹ ਨਹੀਂ ਹੈਗਾ ਵੀ ਮੁੰਡਿਆਂ ਦਾ ਸਕਸੈਸ ਰੇਟ ਘੱਟ ਹੈ, ਵੀ ਹਾਂ ਅਗਰ ਆਪਾਂ ਕੰਪੈਰੀਜ਼ਨ ਕਰੀਏ ਵੀ ਕੁੜੀਆਂ ਦਾ ਜਿਵੇਂ ਉਹੀ ਫਾਈਲ ਕੁੜੀ ਦੀ ਲੱਗੀ ਹੈ ਉਹੀ ਮੁੰਡੇ ਦੀ ਹੈ, ਅਤੇ ਇਹਦੇ ਵਿੱਚ ਕੁਛ ਸਾਨੂੰ ਦੇਖਣ ਨੂੰ ਲੱਗਿਆ, ਥੋੜ੍ਹਾ ਟਰੈਂਡ ਦਿਖਿਆ ਵੀ ਕੁੜੀਆਂ ਦੇ ਜਿਹੜੇ ਸਕਸੈਸ ਰੇਟ ਬੈਟਰ ਆਉਂਦੇ ਨੇ। ਹੁਣ ਕਾਰਨ ਕੀ ਹੈ, ਨੋਬਡੀ ਨੋਸ, ਇਹਦਾ ਕੋਈ ਕਿਸੇ ਨੂੰ ਨਹੀਂ ਪਤਾ ਹੈਗਾ। ਹਾਂ ਬਟ ਹਾਂ ਅਗਰ ਜਿਵੇਂ ਕੋਈ ਵੀ ਫਾਈਲ ਹੈਗੀ ਹੈ, ਜਿਵੇਂ ਆਰਟਸ ਦੇ ਵਿੱਚ ਹੈਗੀ ਹੈ, ਤੁਸੀਂ ਕੀਤੀ ਹੈ ਕੋਈ ਮੈਥ ਇਕਨੋਮਿਕਸ ਕੋਈ ਸਬਜੈਕਟ ਤੁਹਾਡੇ ਪਰਟੀਕੂਲਰ ਨਹੀਂ ਹੈਗੇ, ਬਟ 23 ਪਾਸ ਆਊਟ ਹੋ, 6 ਈਚ ਹੈਗੇ ਨੇ ਜਾਂ 50 ਈਚ ਹੈ, ਤੁਸੀਂ ਯੂਨੀਵਰਸਿਟੀ 'ਚ ਅਪਲਾਈ ਕਰੋ, ਬਹੁਤ ਵਧੀਆ ਯੂਨੀਵਰਸਿਟੀ ਤੁਹਾਨੂੰ ਲੈਵਲ 1 ਦੀਆਂ ਮਿਲ ਜਾਣਗੀਆਂ, ਵੀਜ਼ਾ ਸਕਸੈਸ ਰੇਟ ਵਧੀਆ ਆ ਜਾਏਗਾ। ਬਟ ਅਗਰ ਤੁਸੀਂ 6 5.5 'ਤੇ ਅਪਲਾਈ ਕਰ ਰਹੇ ਹੋ, ਫਿਰ ਤੁਹਾਨੂੰ ਕਾਲਜਿਸ ਮਿਲ ਜਾਣਗੇ ਜਿਹਦੇ ਵਿੱਚ ਗ੍ਰਾਫਿਕ ਡਿਜ਼ਾਈਨਿੰਗ, ਕ੍ਰੀਏਟਿਵ ਆਰਟਸ ਵਗੈਰਾ ਇਸ ਟਾਈਪ ਦੇ ਕੋਰਸਿਸ ਮਿਲ ਜਾਣਗੇ, ਤੁਹਾਨੂੰ ਵੀਜ਼ਾ ਆ ਸਕਦਾ। ਅਤੇ ਫਿਰ ਅਗਰ ਤੁਸੀਂ ਮੈਥ ਇਕਨੋਮਿਕਸ ਵਗੈਰਾ ਕੀਤੀ ਹੈ, ਤੁਸੀਂ ਬਿਜ਼ਨਸ ਦੇ ਕੋਰਸ ਲੈ ਸਕਦੇ ਹੋ। ਐਂ ਨੋਨ ਮੈਡੀਕਲ ਕਾਮਰਸ ਵਾਲੇ ਸਟੂਡੈਂਟ ਵਾਸਤੇ ਵੀ ਲਾਈਕ ਰਿਲੇਟਡ ਕੋਰਸਿਸ ਮਿਲ ਜਾਂਦੇ ਨੇ। ਬਟ ਉਹੀ ਗੱਲ ਹੈ, ਫਸਟ ਪ੍ਰੈਫਰੈਂਸ ਰੱਖੋ ਯੂਨੀਵਰਸਿਟੀ ਅਪਲਾਈ ਕਰਨ ਦੀ। ਅਗਰ ਤੁਹਾਡਾ ਸਕਸੈਸ ਵਧੀਆ ਚਾਹੀਦਾ ਤੁਹਾਨੂੰ, ਪਲੱਸ ਤੁਹਾਨੂੰ ਅਗਰ 23 ਪਾਸ ਆਊਟ ਹੋ, 6 ਈਚ ਹੈ +2 ਦੇ ਵਾਲੇ ਬੱਚੇ, ਅਤੇ ਅਗਰ
ਨਹੀਂ ਹੈਗੇ 23 ਪਾਸ ਆਊਟ, ਪਰਸੈਂਟੇਜ ਤੁਹਾਡੀ ਇੰਨੀ ਵਧੀਆ ਨਹੀਂ ਹੈਗੀ, ਫਿਰ ਤੁਸੀਂ ਅਪਲਾਈ ਕਰੋ ਕਾਲਜਿਸ ਦੇ ਵਿੱਚ। ਕਾਲਜਿਸ ਦੇ ਵਿੱਚ ਕਾਫੀ ਕਾਲਜਿਸ ਇਸ ਟਾਈਮ ਦੇ 4 ਜਾਂ 5 ਕਾਲਜਿਸ ਅਸੀਂ ਡੀਲ ਕਰ ਰਹੇ ਹਾਂ ਜਿਨ੍ਹਾਂ ਦਾ ਸਕਸੈਸ ਰੇਟ ਬਹੁਤ ਵਧੀਆ ਆ ਰਿਹਾ, ਅਤੇ ਮੋਰ ਦੈਨ 80 to 85% ਸਕਸੈਸ ਰੇਟ ਆ ਰਿਹਾ। ਅਤੇ ਜਿਨ੍ਹਾਂ ਦੇ ਨਹੀਂ ਵੀ ਆ ਰਹੇ ਵੀਜ਼ੇ, ਉਹ ਵੀ ਐਸੇ ਕੇਸਿਸ ਹੁੰਦੇ ਨੇ ਜ਼ਿਆਦਾਤਰ ਵੀ ਜਿਹੜੇ ਆਪ ਨੂੰ ਵੀ ਸਟੂਡੈਂਟ ਨੂੰ ਪਤਾ ਵੀ ਮੇਰਾ ਵੀਜ਼ਾ ਨਹੀਂ ਆਏਗਾ, ਵੀ ਕਮਜ਼ੋਰ ਕੇਸਿਸ ਆ, ਪਰਸੈਂਟੇਜ ਲੋ ਹੈ, ਜਾਂ ਫਿਰ ਪੀਟੀ ਦਾ ਸਕੋਰ ਹੀ ਜਿਵੇਂ ਜਿਵੇਂ ਲਗਾ ਦਿਓ 50 ਆ ਗਿਆ, ਇੱਕ 'ਚ 2 'ਚ 42 43 ਰਹਿ ਗਏ, ਜਿਵੇਂ ਕਾਫੀ ਕਮਜ਼ੋਰ ਕੇਸਿਸ, ਜਿਵੇਂ ਪੰਜਾਬ ਬੋਰਡ ਲਗਾ ਦਿਓ, ਹਰਿਆਣਾ ਬੋਰਡ ਲਗਾ ਦਿਓ, ਸਬਜੈਕਟਸ ਵੀ ਨਹੀਂ, ਆਰਟਸ ਵਾਲੇ ਬੱਚੇ ਹੈ, ਜਾਂ ਫਿਰ ਕਾਮਰਸ ਮੈਡੀਕਲ ਨਾਨ ਮੈਡੀਕਲ ਦਾ ਬਹੁਤ ਘੱਟ ਪਰਸੈਂਟੇਜ ਹੈ, ਜਿਵੇਂ ਖਾਸ ਕਰ ਉਹਨਾਂ ਬੱਚਿਆਂ ਦੀ ਜਿਹਨੇ CBSE ਬੋਰਡ ਦੇ ਹੁੰਦੇ ਨੇ, ਵੀ ਫਿਜ਼ਿਕ ਕੈਮਿਸਟਰੀ ਬਾਇਓ 'ਚ, ਜਾਂ ਫਿਰ ਸਟੱਡੀਜ਼ ਵਿੱਚ, ਇਕਨੋਮਿਕਸ ਦੇ ਵਿੱਚ, ਮੈਥਮੈਟਿਕਸ 'ਚ ਲਗਾ ਦਿਓ, ਅਤੇ 50 51 47 46 48 ਇਹੋ ਜਿਹੇ ਨੰਬਰ ਹੁੰਦੇ ਨੇ। ਐਸੇ ਕੇਸਿਸ ਦੇ ਵਿੱਚ ਸਕਸੈਸ ਰੇਟ ਘੱਟ ਦੇਖਣ ਨੂੰ ਮਿਲਦਾ। ਬਟ ਅਗਰ ਓਵਰਆਲ ਕਹੀਏ ਵੀ ਆਪਾਂ ਪਰਸੈਂਟੇਜ 4 ਸਬਜੈਕਟਸ ਅਗਰ 60% ਹੈਗੇ ਨੇ 4 ਅਕੈਡਮਿਕ ਸਬਜੈਕਟਸ ਦੇ ਵਿੱਚ, ਅਗਰ ਤੇ 22 ਪਾਸ ਆਊਟ ਹੈ ਸਟੂਡੈਂਟ, ਅਤੇ 6 ਨੋਟ 5.5 'ਤੇ ਅਪਲਾਈ ਕਰ ਰਿਹਾ ਸਹੀ ਫੰਡਸ ਦੇ ਨਾਲ, ਵੀਜ਼ਾ ਜਿਹੜਾ ਸਕਸੈਸ ਰੇਟ ਹੈ ਵਧੀਆ ਆ ਰਿਹਾ ਇਸ ਟਾਈਮ 'ਤੇ। ਇਸ ਕਰਕੇ ਟਾਈਮਿੰਗ ਬਹੁਤ ਇੰਪੋਰਟੈਂਟ ਹੈ। ਇੱਕ ਚੀਜ਼ ਹੋਰ ਹੈਗੀ ਹੈ ਵੀ ਇਹ ਚੀਜ਼ ਦਾ ਧਿਆਨ ਰੱਖੋ ਵੀ ਜਿਵੇਂ ਤੁਹਾਡੀ COE ਆ ਜਾਏ ਨਾਲ ਦੀ ਨਾਲ ਫਾਈਲ ਪੁੱਟ ਅਪ ਕਰ ਦਿਓ, ਉਹਨੂੰ ਵੇਟ ਨਾ ਕਰੋ ਵੀ 1 ਜਾਂ 2-3 ਦਿਨ, ਮੈਕਸਿਮਮ 2-3 ਦਿਨਾਂ ਦੇ ਵਿੱਚ ਪੁੱਟ ਅਪ ਕਰ ਦਿਓ। ਇਹ ਨਹੀਂ ਹੈਗਾ ਕਈ ਵਾਰੀ ਏਜੰਟ ਉੱਧਰੋਂ ਫਾਈਲ COE ਮੰਗਵਾ ਕੇ ਰੱਖ ਦਿੰਦਾ, ਉੱਧਰੋਂ ਫੰਡ ਦਾ ਇੰਤਜ਼ਾਮ ਕਰਨ ਦਾ ਰਹਿੰਦਾ, ਫੰਡ ਜਿਹੜੇ ਹੈਗੇ ਤੁਹਾਡੇ ਮਹੀਨੇ ਬਾਅਦ ਹੋ ਰਹੇ ਨੇ, 2 ਮਹੀਨੇ ਬਾਅਦ ਹੋ ਰਹੇ ਨੇ। ਇਹਦੇ ਵਿੱਚ ਗੈਪ ਦਿਖਦਾ, ਐਮਬੈਸੀ ਨੂੰ ਗੈਪ ਦਿਖਦਾ ਵੀ COE ਜਦ ਇਸ਼ੂ ਕਰਤੀ ਸੀ ਅਤੇ ਬੱਚੇ ਨੇ ਵੀਜ਼ਾ ਕਿਉਂ ਨਹੀਂ ਅਪਲਾਈ ਕੀਤਾ ਹੈਗਾ। ਅਤੇ ਅਗਰ ਉਹਦੇ GT ਤਾਂ ਪਹਿਲਾਂ ਹੀ ਹੋ ਗਈ ਸੀ, ਫਾਈਨੈਂਸ਼ੀਅਲ ਡਾਕੂਮੈਂਟਸ ਤਾਂ ਤੁਹਾਡੇ ਪਹਿਲਾਂ ਹੀ ਹੋ ਜਾਣੇ ਚਾਹੀਦੇ ਸੀ, ਅਤੇ ਵੇਅਰ ਇਜ਼ ਦਾ ਡਿਫਰੈਂਸ। ਇਹ ਚੀਜ਼ਾਂ ਦਾ ਵੀ ਮੈਟਰ ਹੈਗਾ, ਅਤੇ ਅਸੀਂ ਇਹ ਚੀਜ਼ ਦਾ ਵੀ ਧਿਆਨ ਰੱਖਦੇ ਹਾਂ ਵੀ ਜਿਵੇਂ ਹੀ ਸਾਡੀ COE ਆਏ, ਅਸੀਂ ਵਿਦਿਨ 2 ਦਿਨਾਂ ਦੇ ਵਿੱਚ ਵੀ ਫਾਈਲ ਪੁੱਟ ਕਰਦੇ। ਸਾਡਾ ਕੋਸ਼ਿਸ਼ ਇਹ ਹੁੰਦੀ ਹੈ ਵੀ ਸੇਮ ਡੇ ਲੱਗ ਜਾਏ, ਬਟ ਕਈ ਵਾਰੀ ਨਹੀਂ ਟਾਈਮ ਹੁੰਦਾ ਜਾਂ ਲੇਟ ਆਉਂਦੀ ਹੈ COE, ਅਤੇ ਨੈਕਸਟ ਡੇ ਜਾਂ ਉਸ ਤੋਂ ਨੈਕਸਟ ਡੇ ਤੱਕ ਫਾਈਲ ਲੱਗ ਜਾਣੀ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਬਾਰੀਕੀ ਵਾਲੀਆਂ ਚੀਜ਼ਾਂ ਹੈਗੀਆਂ, ਧਿਆਨ ਨਾਲ ਤੁਸੀਂ ਇਹ ਚੀਜ਼ਾਂ ਸਮਝੋਗੇ, ਦੇਖੋਗੇ, ਇਹਦੇ 'ਤੇ ਲਾਈਕ ਧਿਆਨ ਨਾਲ ਇਹਦੇ 'ਤੇ ਗੌਰ ਕਰੋਗੇ, ਅਤੇ ਵੀਜ਼ਾ ਸਕਸੈਸ ਰੇਟ ਤੁਹਾਡਾ ਬੈਟਰ ਹੋਏਗਾ, ਕਿਸੇ ਦਾ ਨਹੀਂ। ਕੰਸਲਟੈਂਟ ਨੂੰ ਮੈਂ ਬਾਰ-ਬਾਰ ਕਹਿ ਰਿਹਾ, ਕੋਈ ਫਰਕ ਨਹੀਂ ਪੈਂਦਾ ਤੁਹਾਡੀ ਫਾਈਲ ਨਾਲ, ਯਾਦ ਰੱਖਿਓ। ਤੁਹਾਨੂੰ ਸਭ ਤੋਂ ਜ਼ਿਆਦਾ ਫਰਕ ਪੈਂਦਾ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ, ਤੁਹਾਨੂੰ ਫਰਕ ਪਏਗਾ, ਤੁਹਾਡੇ ਕੰਸਲਟੈਂਟ ਨੂੰ ਕੋਈ ਫਰਕ ਨਹੀਂ ਪਏਗਾ। ਇਸ ਕਰਕੇ ਧਿਆਨ ਨਾਲ ਫਾਈਲ ਲਗਾਓ, ਸਹੀ ਤਰੀਕੇ ਨਾਲ ਉਹਦੀ ਡਾਕੂਮੈਂਟੇਸ਼ਨ ਦਿਖਾਓ। ਕੋਈ ਤੁਹਾਨੂੰ ਗਲਤ ਰਾਏ ਦਿੰਦਾ ਹੈ, ਉਹਨੂੰ ਬਾਰ-ਬਾਰ ਉਹਨੂੰ ਕੁਐਸਚਨ ਕਰੋ, ਪਲੱਸ ਉਹਨੂੰ ਕਾਊਂਟਰ ਰਾਏ ਜ਼ਰੂਰ ਦਿਓ। ਕੋਈ ਤੁਹਾਨੂੰ ਕਹਿੰਦਾ ਡਿਗਰੀ ਬਣਾ ਕੇ ਲਾ ਦਿੰਦੇ ਆ ਜੀ, ਜਾਂ +2 ਤੁਹਾਡੀ 21 ਦੀ ਹੈਗੀ, ਅਸੀਂ ਡਿਪਲੋਮਾ ਲਾ ਦਾਂਗੇ, ਇਹ ਹੈ ਉਹ ਹੈ। ਹਮੇਸ਼ਾ ਕਦੇ ਵੀ ਗੱਲਾਂ 'ਤੇ ਯਕੀਨ ਨਹੀਂ ਕਰੀਦਾ ਹੁੰਦਾ, ਅੱਖਾਂ 'ਤੇ ਯਕੀਨ ਕਰੀਦਾ ਹੁੰਦਾ। ਅਗਰ ਕੋਈ ਕੰਸਲਟੈਂਟ ਕਹਿੰਦਾ ਮੈਂ ਤੁਹਾਨੂੰ 20 ਪਾਸ ਆਊਟ ਦਾ ਵੀਜ਼ਾ ਦੇ ਦੂੰਗਾ, ਕਿ ਜੀ ਦਿਖਾਓ ਸਾਨੂੰ ਔਨਲਾਈਨ ਫਾਈਲ ਚੈੱਕ ਕਰਾਓ, ਕਿਸੇ ਦਾ ਵੀਜ਼ਾ ਲੱਗਿਆ ਦਿਖਾਓ, ਅਸੀਂ ਦੇਖਣਾ ਚਾਹੁੰਦੇ ਹਾਂ। ਅਗਰ ਕੋਈ ਕੰਸਲਟੈਂਟ ਕਹਿੰਦਾ ਡਿਗਰੀ ਬਣਾ ਕੇ ਦੇ ਦੂੰਗਾ, ਜੀ ਚੈੱਕ ਕਰਾਓ, ਸਾਨੂੰ ਵੀਜ਼ਾ ਦਿਖਾਓ। ਪਹਿਲਾਂ ਵੀਜ਼ਾ ਦੇਖਾਂਗੇ, ਠੀਕ ਹੈ, ਸਾਨੂੰ ਪਤਾ ਲੱਗੇ ਵੀ ਜੋ ਵੀ ਹੈਗਾ ਵੀ ਤੁਸੀਂ ਜੋ ਕਹਿ ਰਹੇ ਹੋ ਸਹੀ ਕਹਿ ਰਹੇ ਹੋ। ਇਹੀ ਸਾਡੀ ਕੰਪਨੀ 'ਚ ਹੈ ਵੀ ਤੁਹਾਨੂੰ ਅਗਰ ਅਸੀਂ ਕਹਿੰਦੇ ਹਾਂ ਗੈਪ ਦੇ ਵਿੱਚ ਅਸੀਂ ਵੀਜ਼ਾ ਦਿੱਤਾ ਜੀ, ਘੱਟ ਪਰਸੈਂਟੇਜ ਦਾ ਵੀਜ਼ਾ ਦਿੱਤਾ ਹੈ, ਨਵੀਂ ਮੈਰਿਜ 'ਤੇ ਵੀਜ਼ਾ ਦਿੱਤਾ, ਸਪਾਊਸ ਦੀ ਗ੍ਰੈਜੂਏਸ਼ਨ ਨਹੀਂ ਸੀਗੀ, ਕੁਐਸਚਨ ਕਰੋ, ਹਰ ਚੀਜ਼ ਨੂੰ ਤੁਸੀਂ ਪੁੱਛੋ, ਤੁਸੀਂ ਵੈਰੀਫਾਈ ਕਰੋ ਆਪਣੇ ਆਪ ਨੂੰ ਲੈ ਕੇ। ਅਤੇ ਹੁਣ ਤੁਸੀਂ ਦੇਖਦੇ ਹੋ ਵੀ ਬੱਚੇ ਵੀਡੀਓਜ਼ 'ਤੇ ਸਾਡੇ ਕੰਪਨੀ 'ਤੇ ਵੀ ਲਗਾ ਦਿਓ ਜਾਂ ਹੋਰ ਕੰਪਨੀਆਂ 'ਤੇ ਲਗਾ ਦਿਓ, ਵੀਡੀਓ 'ਤੇ ਟੈਸਟੀਮੋਨੀਅਲ ਦੇ ਰਹੇ ਹੁੰਦੇ ਨੇ ਵੀ ਸਾਡੀ ਪਤਾ ਨਹੀਂ ਸਾਲ 'ਚ +2 ਸੀਗੀ, ਫਿਰ ਗ੍ਰੈਜੂਏਸ਼ਨ ਸੀਗੀ, ਫਿਰ ਸਾਡਾ ਮੈਰਿਜ ਹੋਈ ਹੈ, ਉਹ ਹੈ। ਅਤੇ ਉਹਨੂੰ ਝੂਠ ਨਹੀਂ ਹੁੰਦਾ ਹੈਗਾ, ਉਹ ਸਾਰੀਆਂ ਕੰਪਨੀਆਂ ਇੰਕਲੂਡਿੰਗ ਸਾਡੀ ਕੰਪਨੀ, ਬਾਕੀ ਕੰਪਨੀਆਂ ਦੇ ਵੀ ਸੱਚ ਹੁੰਦੇ ਨੇ। ਕਿਉਂਕਿ ਜਿਹਦਾ ਵੀਜ਼ਾ ਲੱਗ ਗਿਆ, ਫਾਰ ਐਗਜ਼ਾਮਪਲ ਤੁਹਾਡਾ ਵੀਜ਼ਾ ਲੱਗ ਗਿਆ, 7 ਬੈਂਡ ਦੇ ਵੀਜ਼ਾ ਲੱਗ ਗਿਆ, ਹੁਣ ਤੁਹਾਨੂੰ ਕੋਈ ਕੰਸਲਟੈਂਟ ਕਹੇ ਵੀ ਐਂ ਕਰ, ਤੂੰ ਇਹ ਕਹਿੰਦੇ 5.5 'ਤੇ ਆਇਆ, ਤੁਸੀਂ ਕਹੋਗੇ? ਕਦੇ ਨਹੀਂ ਕਹੋਗੇ। ਤੁਸੀਂ ਕਹੋਗੇ ਦੇਖੋ ਜੀ, ਜਿਹੜੀ ਤੁਸੀਂ ਪੈਸੇ ਦੀ ਗੱਲ ਹੋਈ ਸੀ ਅਸੀਂ ਤੁਹਾਡੀ ਪੂਰੀ ਕਰਤੀ ਹੈ, ਜੋ ਹਿਸਾਬ ਕਿਤਾਬ ਅਸੀਂ ਪੂਰੇ ਕਰਤਾ। ਹੁਣ ਅਸੀਂ ਆਪਦੀ ਰਿਸ਼ਤੇਦਾਰੀ ਜਾਣਕਾਰੀ ਜਾਂ ਕਿਤੇ ਕਿਸੇ ਪਾਸੇ ਬੇਇੱਜ਼ਤੀ ਥੋੜ੍ਹੀ ਕਰਾਉਣੀ ਹੈ। ਹੁਣ ਇਹ ਵੀ ਗੱਲ ਹੈਗੀ ਹੈ ਵੀ ਅਗਰ ਸਪੋਜ਼ ਕਰੋ ਵੀ ਤੁਹਾਡੇ ਬੈਂਡ ਵੱਧ ਹੈ, ਤੁਸੀਂ 5.5 'ਤੇ ਕਹਿ ਰਹੇ ਹੋ ਵੀਜ਼ਾ ਆ ਗਿਆ, ਜਾਂ 6 'ਤੇ ਆ ਗਿਆ, ਕੱਲ੍ਹ ਨੂੰ ਕੋਈ ਤੁਹਾਡੀ ਕੰਪਲੇਂਟ ਪਾ ਦੇ ਇਮੀਗ੍ਰੇਸ਼ਨ 'ਚ, ਤਾਂ ਤੁਹਾਡੇ ਦੀ ਤਾਂ ਪ੍ਰੋਬਲਮ ਹੋ ਜਾਏਗੀ, ਉਸੇ ਟਾਈਮ ਪ੍ਰੋਬਲਮ ਹੋ ਜਾਏਗੀ ਤੁਹਾਡੇ ਵਾਸਤੇ ਵੀ ਤੁਸੀਂ ਮਿਸਰੀਪ੍ਰਜੈਂਟ ਕਰ ਰਹੇ ਹੋ ਜਾਂ ਧੋਖਾ ਦੇ ਰਹੇ ਹੋ। ਅਤੇ ਇਹ ਚੀਜ਼ਾਂ ਦਾ ਧਿਆਨ ਦੇਣਾ ਜ਼ਰੂਰੀ ਹੈਗਾ। ਇਸ ਕਰਕੇ ਜੋ ਜ਼ਿਆਦਾਤਰ ਬੱਚੇ ਕਹਿ ਰਹੇ ਹੁੰਦੇ ਨੇ ਵੀ ਟੈਸਟੀਮੋਨੀਅਲ 'ਚ, ਉਹ ਸੱਚ ਹੁੰਦਾ ਵੀ ਕੋਈ ਵੀ ਜ਼ਿਆਦਾਤਰ ਕੰਪਨੀਜ਼ ਦੇ ਵਿੱਚ ਜੋ ਵੀ ਤੁਸੀਂ ਦੇਖੋਗੇ ਉਹ ਸੱਚ ਹੀ ਹੁੰਦਾ। ਇਸ ਕਰਕੇ ਬਿਲੀਵ ਕਰੋ ਆਪਣੀ ਅੱਖਾਂ ਦੇ ਬਜਾਏ ਕਿ ਸੁਣਨ 'ਤੇ। ਅਗਰ ਕੰਸਲਟੈਂਟ ਕਹਿੰਦਾ ਟੈਨਸ਼ਨ ਨਾ ਲਓ ਜੀ ਅਸੀਂ ਕਰਾ ਦਾਂਗੇ, ਇਹ ਨੋ, ਯੂ ਨੀਡ ਟੂ ਕੁਐਸਚਨ ਕਿ ਹਾਊ ਵਿਲ ਯੂ ਗੈਟ ਇਟ ਡਨ, ਦੈਟਸ ਹਾਊ ਯੂ ਟਰਸਟ ਸਮਨ। ਇਹ ਚੀਜ਼ ਦਾ ਧਿਆਨ ਰੱਖੋ। ਬਾਕੀ ਸਾਡੀ ਕੰਪਨੀ ਦੇ ਆਫਿਸ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਸਿਡਨੀ ਵਿੱਚ ਹੈਗੇ। ਤੁਸੀਂ ਕੋਈ ਕੇਸ ਆਪਣਾ ਡਾਇਰੈਕਟ ਡਿਸਕਸ ਕਰਨਾ ਚਾਹੁੰਦੇ ਹੋ ਮੇਰੇ ਨਾਲ, ਤੁਸੀਂ ਸਾਡੇ ਕੰਪਨੀ ਦੇ ਆਫਿਸ ਵਿਜ਼ਿਟ ਕਰੋ, ਅਤੇ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਸਾਡੇ ਨਾਲ ਮੇਰੀ ਡਿਸਕਸ਼ਨ ਕਰਾ ਦਿਓ। ਅਤੇ 1 to 1 ਮੇਰੇ ਨਾਲ ਤੁਸੀਂ ਆਪਦਾ ਕੇਸ 1 to 1 ਡਿਸਕਸ ਕਰੋ। ਉਸ ਤੋਂ ਬਾਅਦ ਤੁਸੀਂ ਅਗਰ ਤੁਹਾਡਾ ਸਾਰਾ ਟਰਮਸ ਐਂਡ ਕੰਡੀਸ਼ਨ ਤੁਹਾਡੀਆਂ ਮੀਟ ਕਰਦੀ ਹੁੰਦੀਆਂ ਅਤੇ ਤੁਹਾਨੂੰ ਠੀਕ ਲੱਗਦਾ ਸਾਡੇ ਕੋਲ ਅਪਲਾਈ ਕਰਨ ਨਾਲ, ਅਤੇ ਜ਼ਰੂਰ ਤੁਸੀਂ ਅੱਗੇ ਸਾਡੇ ਕੋਲ ਆਪਣਾ ਕੇਸ ਅਪਲਾਈ ਕਰ ਸਕਦੇ ਹੋ। ਬਾਕੀ ਕੁਛ ਤੁਹਾਨੂੰ ਵੀਡੀਓ ਅੱਛਾ ਲੱਗਿਆ ਜ਼ਰੂਰ ਲਾਈਕ ਕਰਿਓ, ਸਬਸਕ੍ਰਾਈਬ ਕਰਿਓ ਸਾਡੇ YouTube ਚੈਨਲ ਨੂੰ, ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜਿਸ ਨੂੰ ਸਾਡੇ ਲਾਈਕ ਕਰਿਓ ਅਤੇ ਫੋਲੋ ਜ਼ਰੂਰ ਕਰੋ। ਬਾਕੀ ਕੋਈ ਤੁਹਾਡਾ ਕੁਐਸਚਨ ਰਹਿ ਗਿਆ ਹੋਏ, ਅਗਰ ਕੋਈ ਦਿਮਾਗ 'ਚ ਤੁਹਾਡੇ ਕੁਐਸਚਨ ਹੋਏ, ਤੁਸੀਂ WhatsApp ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਜਾਂ ਕਮੈਂਟ
ਕਮੈਂਟ ਸੈਕਸ਼ਨ ਵਿੱਚ ਆਪਦਾ ਕੁਐਸਚਨ ਕਮੈਂਟ ਦੇ ਵਿੱਚ ਲਿਖ ਸਕਦੇ ਹੋ, ਮੈਂ ਜਵਾਬ ਦਿੰਦੀ ਪੂਰੀ ਕੋਸ਼ਿਸ਼। ਥੈਂਕ ਯੂ ਵੈਰੀ ਮਚ।